द पंजाब टॉक्स चैनल देख रहे दर्शकों का स्वागत। मैं हाँ कमलजीत सिद्धू ते तुसी देख रहे हो प्रोग्राम खास खबर। दो खबरां जिन्हां ते गल करनी है। उस दे विच पहली खबर यह आ कि कणक दा घोटाला होया आ, ये खबर सामने आई आ। तां कणक घोटाले दीयां परतां ने कई राज जिहड़े आ वो सामने लिआंदे आ, ਜਿਹੜੀਆਂ ਸਾਡੀਆਂ ਏਜੰਸੀਆਂ ਨੇ ਖਰੀਦ ਕਰਨ ਵਾਲੀਆਂ ਉਹਨਾਂ ਦੇ। ਤੇ ਦੂਸਰੇ ਪਾਸੇ ਸਰਮਾਏਦਾਰੀ ਦਾ ਜਿਹੜਾ ਮਾਡਲ ਦਿਖਾਇਆ ਜਾ ਰਿਹਾ ਤੇ ਦੂਸਰੇ ਪਾਸੇ ਸਾਡੇ ਮੁਲਕ ਦੀ ਜਿਹੜੀ ਆਰਥਿਕਤਾ ਉਹ ਕਿੱਥੇ ਖੜੀ ਹੈ, ਇਸ ਦੇ ਉੱਤੇ ਗੱਲਬਾਤ ਕਰਾਂਗੇ। ਪਹਿਲੀ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਆ, ਜਿਹਦੇ ਵਿੱਚ ਜਿਹੜਾ ਫੂਡ ਸਪਲਾਈ ਹੈ ਮਹਿਕਮਾ ਆ ਉਸ ਦੇ ਵੱਲੋਂ ਜਿਹੜੀ ਕਣਕ ਦੀ ਖਰੀਦਦਾਰ ਕੀਤੀ ਜਾਂਦੀ। ਇਹ ਏਜੰਸੀਆਂ ਸਾਡੇ ਕੋਲੇ ਪੰਜਾਬ ਦੇ ਵਿੱਚ ਇਹ ਉਹ ਏਜੰਸੀਆਂ ਆ, ਇੰਡੀਆ ਵਿੱਚ ਉਹ ਏਜੰਸੀਆਂ ਆ ਜਿਨ੍ਹਾਂ ਦੇ ਵੱਲੋਂ ਜਿਹੜਾ ਅਨਾਜ ਆ ਉਸ ਦੀ ਖਰੀਦਦਾਰੀ ਕੀਤੀ ਜਾਂਦੀ ਹੈ, ਸਾਂਭ ਸੰਭਾਲ ਕੀਤੀ ਜਾਂਦੀ ਹੈ, ਸਟੋਰੇਜ ਕੀਤੀ ਜਾਂਦੀ ਹੈ। ਤਾਂ ਇਹ ਏਜੰਸੀਆਂ ਦੀਆਂ ਪਰਤਾਂ ਹੁਣ ਖੁੱਲ੍ਹ ਕੇ ਸਾਹਮਣੇ ਆਈਆਂ ਨੇ। ਇਸ ਦੇ ਵਿੱਚ ਅੱਜ ਕੱਲ੍ਹ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਆ ਉਹ ਆ ਭਾਰਤੀ ਖੁਰਾਕ ਨਿਗਮ। ਭਾਰਤੀ ਖੁਰਾਕ ਨਿਗਮ FCI ਦੇ ਪੰਜਾਬ ਵਿੱਚ ਹੋਏ ਘੁਟਾਲੇ ਦੀਆਂ ਕਈ ਪਰਤਾਂ ਜਿਹੜੀਆਂ ਨੇ ਦੋਸਤੋ ਖੁੱਲ੍ਹ ਕੇ ਸਾਹਮਣੇ ਆਈਆਂ ਆ। ਹੈਰਾਨੀਜਨਕ ਖੁਲਾਸੇ ਹੋ ਰਿਹਾ ਤੇ ਪਤਾ ਲੱਗ ਰਿਹਾ ਹੈ ਕਿ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਜਿਹੜਾ ਅਨਾਜ ਚੋਰੀ ਕੀਤਾ ਗਿਆ, ਕਣਕ ਚੋਰੀ ਹੁੰਦੀ ਹੈ, ਚੌਲ ਚੋਰੀ ਹੁੰਦੇ ਆ। ਅਸੀਂ ਦੇਖਿਆ ਕਿ ਬਹੁਤ ਸਾਰੀਆਂ ਮਾਲ ਗੱਡੀਆਂ ਜਦੋਂ ਕਈ ਅਜਿਹੇ ਸਟੇਸ਼ਨਾਂ ਦੇ ਉੱਤੇ ਖੜੀਆਂ ਹੁੰਦੀਆਂ ਜਿੱਥੇ ਮਾਲ ਦੀ ਢੋਆ ਢੁਆਈ ਹੁੰਦੀ ਹੈ, ਉੱਥੋਂ ਲੈ ਕੇ ਤੇ ਸਟੋਰਾਂ ਤੱਕ ਪੁੱਜਣ ਤੇ ਸਟੋਰਾਂ ਤੋਂ ਲੈ ਕੇ ਗਾਂਹ ਭੇਜਣ ਤੱਕ ਦੇ ਮਾਮਲੇ ਵਿੱਚ ਬਹੁਤ ਸਾਰਾ ਕੁਝ ਅਜਿਹਾ ਹੁੰਦਾ। ਖਾਸ ਤੌਰ 'ਤੇ ਸਟੋਰੇਜ ਵਾਲੇ ਮਾਮਲੇ ਦੀ ਗੱਲ ਕਰ ਲੈਂਦੇ ਹਾਂ। ਇਹ ਕੋਈ ਅੱਜ ਦੀ ਗੱਲ ਨਹੀਂ ਗੀ, 15-20 ਸਾਲ ਪਹਿਲਾਂ ਇੱਦਾਂ ਹੁੰਦਾ ਆਇਆ ਕਿ ਜਦੋਂ ਵੀ ਕਣਕ ਜਾਂ ਝੋਨਾ ਸਟੋਰ ਕੀਤਾ ਜਾਂਦਾ ਸੀਗਾ ਤੇ ਬਹੁਤ ਵਾਰੀ ਇਹ ਹੁੰਦਾ ਹੈ ਕਿ ਉਹਦੇ ਵਿੱਚ ਸਾਰਾ ਮਾਲ ਹੀ ਨਹੀਂ ਹੁੰਦਾ ਗਾ। ਕਈ ਥਾਵਾਂ ਦੇ ਉੱਤੇ ਜਿਹੜੀਆਂ ਖਬਰਾਂ ਪਿਛਲੇ 15-20 ਸਾਲਾਂ ਦੀ ਪੜਚੋਲ ਮੈਂ ਅਗਰ ਤੁਹਾਡੇ ਸਾਹਮਣੇ ਰੱਖਾਂ, ਅਸੀਂ ਪੜ੍ਹਦੇ ਆਏ ਹਾਂ ਅਖਬਾਰਾਂ ਦੇ ਵਿੱਚ, ਤਾਂ ਹੁੰਦਾ ਕੀ ਸੀਗਾ ਕਿ ਜਿਹੜੀ ਇਹਨਾਂ ਗੋਦਾਮਾਂ ਦੇ ਵਿੱਚ ਅਨਾਜ ਰੱਖਿਆ ਸੀ, ਚਾਹੇ ਉਹ ਕਣਕ ਸੀ ਚਾਹੇ ਉਹ ਝੋਨਾ ਸੀਗਾ, ਤੇ ਉਹਦੀ ਜਗ੍ਹਾ ਦੇ ਉੱਤੇ ਨਿਕਲ ਕੀ ਰਿਹਾ ਸੀਗਾ, ਮਿੱਟੀ ਨਿਕਲ ਰਹੀ ਆ, ਰੋਡ ਨਿਕਲ ਰਹੇ ਆ। ਕਈ ਥਾਵਾਂ ਦੇ ਉੱਤੇ ਪੱਥਰ ਪਾਏ ਹੋਏ ਸੀ, ਕਈ ਥਾਵਾਂ ਦੇ ਉੱਤੇ ਇੱਟਾਂ ਦੇ ਜਿਹੜੇ ਟੁਕੜੇ ਆ ਉਹ ਪਾਏ ਹੋਏ ਸੀ ਤੇ ਬੋਰੀਆਂ ਦੇ ਵਿੱਚ ਉਵੇਂ ਹੀ ਚਿਣੀਆਂ। ਨਗ ਪੂਰੇ ਕੀਤੇ ਆ, ਨਗ ਗਿਣੇ ਜਾਂਦੇ ਆ, ਭਾਰ ਨਹੀਂ ਗਿਣਿਆ ਜਾਂਦਾ, ਨਗ ਗਿਣੇ ਜਾਂਦੇ ਵੀ ਇੰਨੇ ਨਗ ਆ, ਇੰਨੀਆਂ ਬੋਰੀਆਂ ਆਈਆਂ, 1000 ਬੋਰੀ ਆ, 2000 ਬੋਰੀ ਆ, 5000 ਬੋਰੀ ਆ। ਹੁਣ ਤੁਸੀਂ 5000 ਬੋਰੀਆਂ ਤਾਂ ਗਿਣ ਲਓਗੇ, ਤੁਹਾਨੂੰ ਕੀ ਪਤਾ ਕਿ ਇਹਦੇ ਵਿੱਚ ਨਿਰੀ ਫੱਕ ਭਰ ਕੇ ਭੇਜਤੀ ਹੈ, ਉਹਦੇ ਵਿੱਚ ਪੱਥਰ ਰੋੜੇ ਜਾਂ ਮਿੱਟੀ ਭਰ ਕੇ ਭੇਜਤੀ ਆ। ਇਹ ਤਾਂ ਜਦੋਂ ਅਗਾਂਹ ਜਾਂਦਾ ਮਾਲ ਉਦੋਂ ਪਤਾ ਲੱਗਦਾ ਵੀ ਆਹ ਕੀ ਨਿਕਲ ਆਇਆ। ਤਾਂ ਹੁੰਦਾ ਇਹ ਹੈ ਕਿ ਕਈ ਵਾਰੀ ਇਹ ਵੀ ਹੁੰਦਾ ਕਿ ਤੋਲ ਵੀ ਪੂਰਾ ਕੀਤਾ ਜਾਂਦਾ ਵੀ ਤੋਲ ਇੰਨਾ ਸੀਗਾ, ਉਸੇ ਤੋਲ ਦੀ ਮੰਨ ਕੇ ਚੱਲੋ 50 ਕਿਲੋ ਜੇ ਵਿੱਚੋਂ ਚੌਲ ਚੋਰੀ ਕੀਤੇ ਆ ਤੇ 50 ਕਿਲੋ ਦੇ ਵਿੱਚ ਕੋਈ ਮਿੱਟੀ ਤੇ ਜਿਹੜੀ ਫੱਕੀ ਉਹ ਰਲਾ ਕੇ ਉੱਥੇ ਰੱਖ ਦਿੱਤੀ ਆ। ਇੱਦਾਂ ਵੀ ਹੋਇਆ। ਤੇ ਇਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਅਸਲੀ ਮਾਲ ਆ ਉਹ ਰਲ ਮਿਲ ਕੇ ਜਿਹੜੇ ਅਧਿਕਾਰੀ ਸੀਗੇ ਤੇ ਚੌਂਕੀਦਾਰ ਤੱਕ ਇਹਦੇ ਵਿੱਚ ਰਲੇ ਹੁੰਦੇ ਆ ਤੇ ਉਹ ਬੋਰੀਆਂ ਜਿਹੜੀਆਂ ਆ ਖੁਰਦ ਬੁਰਦ ਪਹਿਲਾਂ ਤਾਂ ਵੱਡੇ ਅਧਿਕਾਰੀ ਕਰਦੇ ਆ, ਫਿਰ ਜਿਹੜਾ ਥੱਲੜਾ ਅਧਿਕਾਰੀ ਆ ਯਾਨੀ ਕਿ ਜਿਹੜਾ ਥੱਲੜਾ ਮੁਲਾਜ਼ਮ ਹੈ ਚੌਂਕੀਦਾਰ ਪੱਧਰ ਤੱਕ ਦਾ ਉਹ ਵੀ ਇਸ ਘੁਟਾਲੇ ਦੇ ਵਿੱਚ ਸ਼ਾਮਲ ਹੁੰਦਾ ਆ। ਹੁਣ ਤੱਕ ਬੜੀਆਂ ਖਬਰਾਂ ਇਦਾਂ ਦੀਆਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਆ ਤੇ ਇਹ ਹੁਣ ਪਰਤ ਜਿਹੜੀ ਖੁੱਲੀ ਆ ਇਹ ਵਾਕਿਆ ਹੈਰਾਨ ਕਰ ਦੇਣ ਵਾਲੀ ਹੈ ਕਿ ਜਿਹੜੇ ਕਣਕ ਚੌਲ ਚੋਰੀ ਕੀਤੇ ਗਏ ਆ, ਇਸ ਵਿੱਚ ਮਿਲਾਵਟ ਕੀਤੀ ਗਈ ਆ, ਘਟੀਆ ਗੁਣਵੱਤਾ ਦਾ ਅਨਾਜ ਬੱਚਿਆਂ ਨੂੰ ਮਿਡ ਡੇ ਮੀਲ ਸਕੀਮ ਤਹਿਤ ਵੀ ਸਪਲਾਈ ਕੀਤਾ ਗਿਆ। ਹੁਣ ਜਦੋਂ ਗਾਂਹ ਜਾਂਦਾ ਪਰਤਾਂ ਉਦੋਂ ਖੁੱਲ੍ਹਦੀਆਂ ਵੀ ਆ ਕੀ ਰਿਹਾ ਤੇ ਆ ਵੀ ਕਿਹੜੀ ਏਜੰਸੀ ਵੱਲੋਂ ਰਿਹਾ, ਜਿਸ ਏਜੰਸੀ ਨੇ ਅਨਾਜ ਦੀ ਸਾਂਭ ਸੰਭਾਲ ਕਰਨੀ ਆ। ਤੇ ਚੰਗੀ ਗੁਣਵੱਤਾ ਵਾਲੇ ਜਿਹੜੇ ਕਣਕ ਤੇ ਚੌਲ ਆ ਉਹ ਬਾਹਰ ਬਾਜ਼ਾਰਾਂ ਦੇ ਵਿੱਚ ਵੇਚੇ ਗਏ ਆ। ਇਸ ਤਰ੍ਹਾਂ ਹਰ ਵਾਰੀ ਹੋਈ ਕਣਕ ਤੇ ਚੌਲਾਂ ਦੀ ਖਰੀਦ ਤੇ ਭੰਡਾਰ ਕਰਨ ਵੇਲੇ ਤੇ ਵੰਡ ਵੇਲੇ ਕਰੋੜਾਂ ਰੁਪਏ ਦਾ ਘੁਟਾਲਾ ਕਰਕੇ ਜਿਹੜਾ ਆ ਸਰਕਾਰੀ ਖਜ਼ਾਨੇ ਨੂੰ ਖੋਰਾ ਲਾਇਆ ਗਿਆ ਆ। ਦੱਸ ਦਈਏ ਕਿ CBI ਨੇ ਪਿਛਲੇ 2 ਦਿਨਾਂ ਵਿੱਚ ਆਪਰੇਸ਼ਨ ਕਣਕ ਤਹਿਤ ਮਾਰੇ ਛਾਪਿਆਂ ਦੇ ਵਿੱਚ FCI ਅਧਿਕਾਰੀਆਂ ਤੇ ਮਿੱਲ ਮਾਲਕਾਂ ਦੀ ਜਿਹੜੀ ਮਿਲੀ ਭੁਗਤ ਦੀਆਂ ਕਈ ਪਰਤਾਂ ਜਿਹੜੀਆਂ ਆ ਉਹ ਖੋਲ੍ਹੀਆਂ ਨੇ। ਇਹਨਾਂ ਦਾ ਕੰਮ ਕਣਕ ਚੌਲ ਚੋਰੀ ਵਿੱਚ ਮਦਦ ਕਰਨਾ ਤੇ ਗੁਣਵੱਤਾ ਨਾਲ ਸਮਝੌਤਾ ਹੋਣ ਤੇ ਮਿਲਾਵਟ ਲਈ ਰਾਹ ਤਲਾਸ਼ਣਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ FCI ਦਾ ਜਿਹੜਾ ਸੀਗਾ ਭ੍ਰਿਸ਼ਟਾਚਾਰ ਚਰਚਾ ਦੇ ਵਿੱਚ ਰਿਹਾ ਆ, ਪਰ ਇਸ ਦੇ ਇੰਨਾ
ਵੱਡੇ ਪੱਧਰ ਤੇ ਸੈਂਕੜੇ ਕਰੋੜਾਂ ਦਾ ਹੋਣ ਬਾਰੇ ਕਿਸੇ ਨੂੰ ਅੰਦਾਜ਼ਾ ਹੀ ਨਹੀਂ ਸੀਗਾ ਕਿ ਇੰਨਾ ਵੱਡਾ ਘਪਲਾ ਕੀਤਾ ਜਾਊਗਾ। ਤੁਸੀਂ ਇਹ ਗੱਲ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਇਹਦੇ ਵਿੱਚ ਨਾ ਤਾਂ ਸਾਰੇ ਇਮਾਨਦਾਰ ਹੁੰਦੇ ਆ ਤੇ ਨਾ ਹੀ ਸਾਰੇ ਬੇਈਮਾਨ ਹੁੰਦੇ ਆ। ਗੱਲ ਇਹ ਆਉਂਦੀ ਹੈ ਉਹਨਾਂ ਭ੍ਰਿਸ਼ਟਾਚਾਰੀਆਂ ਦੀ। ਤੁਸੀਂ ਖੁਦ ਦੇਖੋ ਜਿਹੜੇ ਇਹੋ ਜਿਹੇ ਏਜੰਸੀਆਂ ਵਿੱਚ ਇਹੋ ਜਿਹੇ ਮਹਿਕਮਿਆਂ ਵਿੱਚ ਕੰਮ ਕਰਦੇ ਪਏ ਆ, ਦਿਨਾਂ ਦੇ ਵਿੱਚ ਹੀ ਉਹਨਾਂ ਦੀਆਂ ਮਹਿਲਾਂ ਵਰਗੀਆਂ ਕੋਠੀਆਂ ਤੇ ਵੱਡੀਆਂ ਗੱਡੀਆਂ ਜਾਂ ਬੈਂਕ ਬੈਲੈਂਸ ਤੇ ਉਹਨਾਂ ਦੇ ਧੀਆਂ ਪੁੱਤ ਜਿਹੜੇ ਆ ਉਹ ਇਹੋ ਜਿਹੀ ਜਗ੍ਹਾ ਦੇ ਉੱਤੇ ਪੜ੍ਹ ਰਹੇ ਆ ਜਾਂ ਵਿਦੇਸ਼ਾਂ ਨੂੰ ਚਲੇ ਗਏ ਆ। ਤੇ ਬਹੁਤ ਸਾਰਾ ਦੋਸਤੋ ਜਿਹੜਾ ਪੈਸਾ ਆ ਉਹਨਾਂ ਨੂੰ ਲਾਇਆ ਜਾ ਰਿਹਾ। ਕਿੱਥੋਂ ਆਉਂਦਾ ਪੈਸਾ? ਜਿੰਨੀਆਂ ਤਨਖਾਹਾਂ ਆ ਉਸ ਤਨਖਾਹ ਤੋਂ ਤਾਂ ਕਈ ਗੁਣਾ ਜ਼ਿਆਦਾ ਦਾ ਤਾਂ ਉਹਨਾਂ ਦੀਆਂ ਕੋਠੀਆਂ ਉਸਰ ਗਈਆਂ, ਉਹਨਾਂ ਦੇ ਬੈਂਕ ਬੈਲੈਂਸ ਵੱਧ ਗਿਆ, ਉਹਨਾਂ ਦੇ ਧੀਆਂ ਪੁੱਤਰਾਂ ਦੇ ਲੀੜੇ ਕੱਪੜੇ ਤੇ ਘਰ ਦੀਆਂ ਵਿੱਚ ਐਸ਼ ਇਸ਼ਰਤ ਦਾ ਜਿਹੜਾ ਸਾਰਾ ਸਮਾਨ ਐਸ਼ੋ ਆਰਾਮ ਦਾ, ਉਸ ਤੋਂ ਵੇਖ ਕੇ ਤੁਸੀਂ ਖੁਦ ਹੈਰਾਨ ਹੋਵੋਗੇ ਕਿ ਦਿਨਾਂ 'ਚ ਹੀ ਕਿਉਂ ਹੋ ਗਿਆ। ਔਰ ਬਹੁਤੀ ਵਾਰੀ ਆਂਢ ਗੁਆਂਢ ਦੇ ਵਿੱਚ ਜਦੋਂ ਅਸੀਂ ਦੇਖਿਆ ਆ ਖੁਦ ਕਿ ਜਿਹੜੇ ਇਹੋ ਜਿਹੇ ਮਹਿਕਮਿਆਂ 'ਚ ਕੰਮ ਕਰਨ ਵਾਲੇ ਸੀਗੇ ਤੇ ਉਹਨਾਂ ਦੇ ਘਰੇ ਕੀ ਕੁਛ ਇੱਦਾਂ ਆਉਂਦਾ ਆ, ਨੇਕ ਕਮਾਈਆਂ ਦੇ ਵਿੱਚੋਂ ਅਜਿਹਾ ਕੁਛ ਨਹੀਂ ਆਉਂਦਾ। ਸਿਰਫ ਜਿਹੜੇ ਭ੍ਰਿਸ਼ਟਾਚਾਰ ਕਰਦੇ ਆ ਉਹੀ ਕਰਦੇ। ਹਾਂ, ਜਿਹੜੇ ਇਮਾਨਦਾਰ ਆ ਉਹ ਇਮਾਨਦਾਰ ਹੀ ਆ, ਉਹਨਾਂ ਨੇ ਨਹੀਂ, ਉਹਨਾਂ ਦੇ ਘਰਾਂ 'ਚ ਕੋਈ ਇਹੋ ਜਿਹਾ ਆਉਂਦਾ, ਨਹੀਂ ਕੁਛ ਇਹੋ ਜਿਹਾ ਬਣਦਾ। ਪਰ ਇਹ ਗੱਲ ਆਪਾਂ ਭ੍ਰਿਸ਼ਟਾਚਾਰੀਆਂ ਦੀ ਕਰਦੇ ਆ ਕਿ ਉਹਨਾਂ ਨੇ ਕਿਸ ਤਰੀਕੇ ਖੋਰਾ ਲਾਇਆ ਹੋਇਆ। CBI ਵੱਲੋਂ ਪੰਜਾਬ ਵਿੱਚ 90 ਥਾਵਾਂ ਤੇ ਛਾਪੇ ਮਾਰੇ ਗਏ ਆ, ਜਿਸ ਦੇ ਵਿੱਚ ਕਾਰਜਕਾਰੀ ਡਾਇਰੈਕਟਰ ਸੁਦੀਪ ਸਿੰਘ ਸਣੇ 75 ਅਧਿਕਾਰੀਆਂ ਉੱਤੇ ਕੇਸ ਦਰਜ ਕੀਤਾ ਗਿਆ ਆ। ਦੱਸ ਦਈਏ ਕਿ FCI ਅਨਾਜ ਦੀ ਖਰੀਦ ਤੇ ਭੰਡਾਰਨ ਖੁਦ ਵੀ ਕਰਦਾ ਆ ਤੇ ਪਨਸਪ ਮਾਰਕਫੈਂਡ ਵਰਗੀਆਂ ਰਾਜ ਦੀਆਂ ਏਜੰਸੀਆਂ ਤੋਂ ਵੀ ਲੈਂਦਾ ਆ। ਸੂਤਰਾਂ ਮੁਤਾਬਕ ਅਧਿਕਾਰੀ ਤੇ ਸਟਾਫ 50 ਕਿਲੋ ਦੇ ਬੋਰੇ ਵਿੱਚੋਂ 3 ਕਿਲੋ ਕਣਕ ਜਿਹੜੀ ਆ ਉਹ ਕੱਢ ਲੈਂਦੇ ਆ। ਖੁੰਗੀ ਵੇਖੀ ਹੋਣੀ ਆ ਤੁਸੀਂ ਸਾਰਿਆਂ ਨੇ, ਉਹ ਖੁਖਰੀ ਜੀ ਹੁੰਦੀ, ਉਹ ਮਾਰਦੇ ਬੋਰੀ ਦੇ ਵਿੱਚ, ਉਹਦੇ ਵਿੱਚੋਂ ਕਿੰਨਾ ਅਨਾਜ ਕੱਢ ਸਕਦੇ, 2-3 ਕਿਲੋ ਤਾਂ ਐਂ ਹੀ ਕੱਢ ਲੈਂਦੇ ਆ। ਇਹ ਵੀ ਇੱਕ ਤੌਰ ਤਰੀਕਾ ਉਹਨਾਂ ਦਾ ਹੈਗਾ। ਤੇ ਜਦੋਂ ਵਜਨ ਘਟਦਾ ਫਿਰ ਪਤਾ ਕੀ ਕਰਦੇ ਆ, ਫਿਰ ਕਈ ਥਾਵਾਂ ਦੇ ਉੱਤੇ ਮੈਂ ਆਖਿਆ ਸੀ ਵੀ ਇਹ 'ਚ ਰੋੜ ਇੱਟਾਂ ਮਿੱਟੀ ਮਿਲਾਉਂਦੇ, ਕਈ ਥਾਵਾਂ ਦੇ ਤੁਹਾਨੂੰ ਗਿੱਲੀਆਂ ਕਰ ਦਿੰਦੇ ਆ। ਕਿਉਂ ਗਿੱਲੀਆਂ ਕਰਦੇ ਆ? ਕਿਉਂਕਿ ਗਿੱਲੇ ਹੋਣ ਨਾਲ ਜਿਹੜਾ ਆ ਉਹ ਭਾਰ ਵੱਧ ਜਾਂਦਾ ਆ, ਤੇ ਭਾਰ ਵੱਧਦਾ ਆ ਤੇ ਫਿਰ ਉਹ ਤੋਲ ਜਿਹੜਾ ਆ ਉਹ ਤੋਲ 'ਚ ਪੂਰਾ ਹੀ ਆਊਗਾ ਜੇ ਤੋਲ ਦੀ ਗੱਲ ਕਰਨੀ ਆ। ਤੇ ਪਤਾ ਹੀ ਲੱਗਿਆ ਆ ਕਿ ਅਧਿਕਾਰੀ ਤੇ ਸਟਾਫ 50 ਕਿਲੋ ਦੇ ਬੋਰੇ ਵਿੱਚੋਂ 3 ਕਿਲੋ ਜਿਹੜੀ ਕਣਕ ਆ ਉਹ ਕੱਢ ਲੈਂਦੇ ਸਨ ਤੇ ਵਜਨ ਘਟਣ ਦੇ ਉੱਤੇ ਬੋਰਿਆਂ ਉੱਤੇ ਪਾਣੀ ਪਾ ਦਿੱਤਾ ਜਾਂਦਾ ਸੀ, ਜਿਹਦੇ ਨਾਲ ਉਹ ਭਾਰੇ ਹੋ ਜਾਂਦੇ ਸੀਗੇ। ਚੋਰੀ ਕੀਤੀ ਕਣਕ ਨੂੰ ਮਗਰੋਂ ਬਾਜ਼ਾਰ ਵਿੱਚ ਵੇਚਿਆ ਜਾਂਦਾ ਸੀ। FCI ਚੌਲ ਖਰੀਦ ਕੇ ਮਿੱਲ ਮਾਲਕਾਂ ਨੂੰ ਵੀ ਦਿੰਦੀ ਹੈ, ਜੋ ਚੌਲਾਂ ਨੂੰ ਛਿੱਲ ਕੇ ਵੱਖ ਕਰਦੇ ਆ। ਪਤਾ ਲੱਗਾ ਹੈ ਕਿ ਮਿੱਲ ਮਾਲਕ ਕਈ ਵਾਰੀ ਗੁਣਵੱਤਾ ਵਧੀਆ ਹੋਣ ਕਾਰਨ ਜ਼ਿਆਦਾ ਚੌਲ ਕੱਢਦੇ ਆ, ਪਰ 55 ਸਾਲ ਪੁਰਾਣੇ ਤੈਅ ਨਿਯਮਾਂ ਦੇ ਮੁਤਾਬਕ 67% ਚੌਲ ਹੀ ਏਜੰਸੀ ਨੂੰ ਮੋੜਦੇ ਆ। ਇੱਥੇ ਹਾਲੇ ਵੀ ਦਹਾਕਿਆਂ ਪੁਰਾਣਾ ਜਿਹੜਾ ਨਿਯਮ ਆ ਉਹ ਚੱਲ ਰਿਹਾ, ਜਦੋਂ ਕਿ ਚੌਲਾਂ ਦੇ ਮਸ਼ੀਨਾਂ ਦੀ ਗੁਣਵੱਤਾ ਵਿੱਚ ਇੰਨੇ ਸਾਲਾਂ ਦੇ ਬਾਅਦ ਕਾਫੀ ਸੁਧਾਰ ਆ ਚੁੱਕਿਆ। ਇਸ ਤੋਂ ਇਲਾਵਾ ਕਈ ਵਾਰੀ ਮਾੜੀ ਗੁਣਵੱਤਾ ਦੇ ਚੌਲ ਵਿੱਚ ਰਲਾ ਦਿੱਤੇ ਜਾਂਦੇ ਆ। ਹੁੰਦਾ ਹੀ ਐਵੇਂ ਆ ਚੌਲਾਂ ਦਾ। ਨਾ ਤਾਂ ਹੁਣ ਦੇਖੋ ਤੁਸੀਂ ਬਹੁਤ ਵਾਰੀ ਇਹ ਹੁੰਦਾ ਹੈ ਕਿ ਜਿਹੜੇ ਚੌਲ ਕਈ ਵਾਰੀ ਅਸੀਂ ਖਰੀਦ ਕੇ ਵੀ ਲਿਆਉਂਦੇ ਆ ਜਾਂ ਫਿਰ ਇਸ ਤਰੀਕੇ ਨਾਲ ਡੀਪੂਆਂ ਦੇ ਉੱਤੇ ਆਉਂਦੇ ਆ, ਉਹਨਾਂ ਦਾ ਜਿਹੜਾ ਮਿਆਰ ਹੈ ਉਹ ਇੰਨਾ ਕੁ ਮਾੜਾ ਹੁੰਦਾ ਆ ਕਿ ਦਿਲ ਨਹੀਂ ਕਰਦਾ ਉਹਨਾਂ ਨੂੰ ਖਾਣਾ, ਤਾਂ ਦੂਰ ਦੀ ਗੱਲ ਵੇਖਣ ਨੂੰ ਜੀ ਨਹੀਂ ਕਰਦਾ। ਤੇ ਪਤਾ ਨਹੀਂ ਉਹ ਧੰਨ ਨਾਲ ਲੋਕ ਜਿਨ੍ਹਾਂ ਤੱਕ ਇਹ ਸਪਲਾਈਆਂ ਜਾਂਦੀਆਂ ਉਹ ਖਾਂਦੇ ਆ। ਔਰ ਖਾਸ ਤੌਰ ਜਿਹੜੇ ਮਿਡ ਡੇ ਮੀਲ ਬੱਚਿਆਂ ਨੂੰ ਮਿਲਦਾ, ਜਦੋਂ ਉਹਦੇ ਵਿੱਚ ਇੰਨਾ ਗੰਦਾ ਅਨਾਜ ਜਾਂਦਾ ਹੈ ਤੇ ਬੱਚੇ ਕਿਵੇਂ ਖਾਂਦੇ ਹੋਣਗੇ, ਇਹ ਵੀ ਸੋਚਣ ਵਾਲੀ ਗੱਲ ਹੈ। ਚੋਰੀ ਦਾ ਇੱਕ ਹੋਰ ਮੌਕਾ ਉਦੋਂ ਮਿਲਦਾ ਸੀ ਜਦੋਂ FCI ਸਕੂਲਾਂ ਨੂੰ ਚੌਲ ਭੇਜਦੀ ਸੀ। ਇਸ ਲਈ ਟਰਾਂਸਪੋਰਟਰ ਜ਼ਿੰਮੇਵਾਰ ਹੁੰਦੇ ਨੇ, ਜਿਨ੍ਹਾਂ ਨੂੰ ਮਿੱਲ ਮਾਲਕ ਕੰਟਰੋਲ ਕਰਦੇ ਨੇ, ਤੇ ਉਹ FCI ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਕਣਕ ਚੌਲ ਜਿਹੜੇ ਆ ਉਹ ਚੋਰੀ ਕਰ ਲੈਂਦੇ ਸਨ। ਮਜ਼ਦੂਰਾਂ ਤੇ ਅਧਿਕਾਰੀਆਂ ਨੂੰ ਕਮਿਸ਼ਨ ਮਿਲਦਾ। ਇਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਆ। ਤਾਂ ਕਿਉਂਕਿ ਜਿਹੜੀ ਹੁਣ ਜਾਂਚ ਚੱਲ ਰਹੀ ਆ CBI, ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆ ਉਹ ਨਿਕਲ ਕੇ ਸਾਹਮਣੇ ਆ ਰਹੀਆਂ। ਪਰਤਾਂ ਜਿਹੜੀਆਂ ਆ ਹੌਲੀ ਹੌਲੀ ਫਰੋਲੀਆਂ ਜਾ ਰਹੀਆਂ ਤੇ ਕਈ ਕੁਛ ਥੱਲੋਂ ਨਿਕਲਦਾ ਆ ਰਿਹਾ। ਹੇਠਲੇ ਪੱਧਰ ਉੱਤੇ ਮਜ਼ਦੂਰਾਂ ਤੋਂ ਲੈ ਕੇ ਚੋਟੀ ਦੇ ਅਧਿਕਾਰੀਆਂ ਤੱਕ ਸਾਰੇ ਇਸ ਘੁਟਾਲੇ ਵਿੱਚ ਰਲੇ ਹੋਏ ਆ। ਭ੍ਰਿਸ਼ਟਾਚਾਰ ਦੀ ਇੱਕ ਪੂਰੀ ਸਥਾਪਿਤ ਪ੍ਰਕਿਰਿਆ ਜਿਹੜੀ ਆ ਚੱਲ ਰਹੀ ਆ ਤੇ ਇਸ ਤਹਿਤ ਲੇਬਰ ਤੋਂ ਲੈ ਕੇ ਉੱਪਰਲੇ ਅਹੁਦਿਆਂ ਤੇ ਬੈਠੇ ਵਿਅਕਤੀਆਂ ਨੂੰ ਤੈਅ ਕਮਿਸ਼ਨ ਜਿਹੜਾ ਆ ਉਹ ਮਿਲ ਰਿਹਾ ਆ। ਹੁਣ ਹੈਰਾਨੀ ਇਸ ਗੱਲ ਦੀ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਅਸੀਂ ਸਾਲਾਂ ਤੋਂ ਜਿਹੜਾ ਪ੍ਰਚਲਨ ਹੋਈ ਜਾਂਦਾ, ਜਿਹੜਾ ਤੁਰਿਆ ਆਉਂਦਾ ਹੈਗਾ, ਜਿਹੜਾ ਤਰੀਕਾ ਇਹ ਦੱਸਿਆ
ਕਿ ਜਦੋਂ ਮਸ਼ੀਨਾਂ ਨਹੀਂ ਸੀ ਹੁੰਦੀਆਂ, ਜਦੋਂ ਚੌਲ ਛੜੇ ਜਾਂਦੇ ਸੀਗੇ ਤੇ ਉਦੋਂ ਅਸੀਂ ਫੱਕ ਕਈ ਸ਼ੈਲਰਾਂ ਦੇ ਬਾਹਰ ਦੇਖੀ ਸੀਗੀ। ਹੁਣ ਤਾਂ ਬੜਾ ਕੁਝ ਆ ਗਿਆ। ਹਾਲਾਂਕਿ ਉਹਦੇ ਵਿੱਚ ਦੇਖੋ ਕਿ ਫੱਕ ਕਿੰਨੀ ਨਿਕਲਦੀ ਹੈ। ਚਲੋ 60-40 ਦੀ ਕਰ ਲੈਂਦੇ, 60% ਜਿਹੜਾ ਹੈ ਚੌਲ ਨਿਕਲ ਆਇਆ, 40% ਉਹ ਫੱਕ ਨਿਕਲ ਆਈ ਆ। ਪਰ ਹੁਣ ਤਾਂ ਜ਼ਿਆਦਾ ਕਹਿਣਾ ਚਾਹੀਦਾ ਕਿ 20% ਹੀ ਹੁਣ ਤਾਂ ਰਹਿ ਗਈ ਆ। ਹੁਣ 80% ਚੌਲ ਹੋਣਾ ਚਾਹੀਦਾ, ਪਰ ਸਿਸਟਮ ਜਿਹੜਾ ਆ ਉਹ ਹਾਲੇ ਵੀ ਉਹੀ ਚੱਲਿਆ ਆਉਂਦਾ। ਹਾਲੇ ਵੀ ਜਿਹੜੀਆਂ ਦਿੱਕਤਾਂ ਆ ਉਹ ਬਹੁਤ ਜ਼ਿਆਦਾ ਆ ਰਹੀਆਂ। ਔਰ ਇੱਕ ਵੱਡੀ ਗੱਲ ਮੈਂ ਤੁਹਾਨੂੰ ਇਹ ਵੀ ਦੱਸਣੀ ਚਾਹੂੰਗਾ ਕਿ ਚਿਰਾਂ ਤੋਂ ਜਿਹੜੀ ਇਹ ਚੱਲਦੀ ਆ ਰਹੀ ਆ ਘਪਲੇਬਾਜ਼ੀ ਇੰਨੇ ਸਾਲਾਂ 'ਚ, ਚਾਹੇ ਉਹ ਅਕਾਲੀ ਭਾਜਪਾ ਸਰਕਾਰ ਰਹੀ ਆ, ਕਾਂਗਰਸ ਦੀਆਂ ਸਰਕਾਰਾਂ ਰਹੀਆਂ ਆ, ਲੰਮੇ ਸਮੇਂ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਸਰਕਾਰ ਨੇ ਪੜਚੋਲ ਨਹੀਂ ਕੀਤੀ। ਇੱਥੇ ਭਗਵੰਤ ਮਾਨ ਸਰਕਾਰ ਦੀ ਸਿਫਤ ਕਰਨੀ ਬਣਦੀ ਹੈ ਕਿ ਘੱਟੋ ਘੱਟ ਪੰਜਾਬ ਨੂੰ ਇੱਕ ਅਜਿਹਾ ਧੜੱਲੇਦਾਰ ਮੁੱਖ ਮੰਤਰੀ ਜ਼ਰੂਰ ਚਾਹੀਦਾ ਸੀ, ਜਿਹੜਾ ਮੁੱਖ ਮੰਤਰੀ ਇਹੋ ਜਿਹੇ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਵੇ। ਤੇ ਇਸ ਨੱਥ ਨੂੰ ਹੁਣ ਪਾਉਣ ਦੇ ਜਿਹੜੇ ਉਪਰਾਲੇ ਆ ਉਹ ਵਾਕਿਆ ਹੀ CBI ਦੇ ਜ਼ਰੀਏ ਵੀ ਕੀਤੇ ਜਾ ਰਿਹਾ। ਹਾਲਾਂਕਿ ਬੋਲਣ ਵਾਲੇ ਚਾਹੇ ਮਰਜ਼ੀ ਜੋ ਬੋਲੀ ਜਾਣ, ਪਰ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਉਣੀ ਲਾਜ਼ਮੀ ਸੀ। ਔਰ ਹੋ ਸਕਦਾ, ਸੱਚੀ ਤੇ ਖਰੀ ਗੱਲ ਇਹ ਆ ਕਿ ਇਹ ਜੋ ਕੀਤਾ ਜਾਰੀ ਕਾਰਵਾਈ ਆ ਇਹ ਵਾਕਿਆ ਹੀ ਚੁੱਭਦੀ ਹੋਵੇ, ਤਾਂ ਇਸ ਚੁੱਭਣ ਦੀ ਵਜ੍ਹਾ ਕਰਕੇ ਹੀ ਰੌਲਾ ਪਾਇਆ ਜਾ ਰਿਹਾ ਹੋਵੇ। ਜਿਸ ਤਰੀਕੇ ਪਿਛਲੇ ਦਿਨੀ ਅਸੀਂ ਦੇਖਿਆ ਆ ਕਿ ਕੁਝ ਜਿਹੜੇ ਵੱਡੇ ਰੁਤਬੇ ਵਾਲੇ ਅਧਿਕਾਰੀ ਸੀਗੇ, ਜਦੋਂ ਉਹਨਾਂ ਦੇ ਉੱਤੇ ਐਕਸ਼ਨ ਲਿਆ ਗਿਆ ਤੇ ਬਾਕੀ ਜਿਹੜੇ ਅਧਿਕਾਰੀ ਸੀਗੇ ਜ਼ਿਲ੍ਹਾ ਪੱਧਰ ਦੇ ਤਹਿਸੀਲਦਾਰਾਂ ਤੱਕ, DC ਤੱਕ, ਉਹ ਸਾਰੇ ਜਿਹੜੇ ਸੀਗੇ ਉਹ ਹੜਤਾਲ ਤੇ ਚਲੇ ਗਏ ਸੀ। ਔਰ ਭਗਵੰਤ ਮਾਨ ਸਰਕਾਰ ਨੇ ਇਸ ਤੇ ਸਖਤ ਐਕਸ਼ਨ ਲੈਂਦਿਆਂ ਹੋਇਆ ਡਿਊਟੀ ਤੇ ਵਾਪਸ ਆਉਣ ਦੀ ਜਿਹੜੀ ਸੀਗੀ ਘੁਰਕੀ ਦਿੱਤੀ ਸੀ, ਤੇ ਉਹ ਘੁਰਕੀ ਦਾ ਅਸਰ ਵੀ ਹੋਇਆ। ਚਾਹੀਦਾ ਕਿ ਇਦਾਂ ਦਾ ਜੇ ਪਿਛਲੀਆਂ ਸਰਕਾਰਾਂ ਦੇ ਮੁੱਖ ਮੰਤਰੀ ਕਰਦੇ ਤੇ ਸ਼ਾਇਦ ਆਹ ਦਿਨ ਨਾ ਦੇਖਣੇ ਪੈਂਦੇ, ਜਿਸ ਤਰੀਕੇ ਦਾ ਭ੍ਰਿਸ਼ਟਾਚਾਰ ਇਹ ਫੈਲਿਆ ਪਿਆ ਆ। ਸੋ ਭਗਵੰਤ ਮਾਨ ਸਰਕਾਰ ਨੂੰ ਇਸ ਦੇ ਉੱਤੇ ਬਹੁਤ ਲਗਾਤਾਰ ਡਟ ਕੇ ਜਿਹੜਾ ਆ ਉਹ ਪਹਿਰਾ ਦੇਣਾ ਪਊਗਾ। ਇੱਕ ਪਾਸੇ ਆਰਥਿਕ ਸੰਕਟ ਹੈ, ਦੂਜੇ ਪਾਸੇ ਸਰਮਾਏਦਾਰੀ ਦਾ ਜਿਹੜਾ ਮਾਡਲ ਆ ਉਹ ਦਿਖਾਇਆ ਜਾ ਰਿਹਾ। ਦੇਸ਼ ਦੇ ਵਿੱਚ ਇਸ ਤਰੀਕੇ ਦਾ ਇਹ ਸਾਰਾ ਕੁਝ ਚੱਲ ਰਿਹਾ ਆ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਕਾਰਪੋਰੇਟ ਘਰਾਣਿਆਂ ਨੂੰ ਮੌਕੇ ਦਿੱਤੇ ਜਾ ਰਹੇ ਆ, ਉਹਨਾਂ ਨੂੰ ਹੋਰ ਤੋਂ ਹੋਰ ਜਿਹੜਾ ਆ ਅਮੀਰ ਕੀਤਾ ਜਾ ਰਿਹਾ, ਤੇ ਜੋ ਦੂਸਰੇ ਪਾਸੇ ਆਮ ਲੋਕਾਂ ਦੀ ਜਿਹੜੀ ਆਰਥਿਕ ਸਥਿਤੀ ਹੈ ਉਹ ਜਮਾਂ ਨਿੱਘਰਦੀ ਜਾ ਰਹੀ ਹੈ। ਗਰੀਬ ਪੱਖੀ ਜਿਹੜੀ ਗੱਲ ਹੈ ਉਹ ਨਹੀਂ ਕੀਤੀ ਜਾ ਰਹੀ। ਸੰਸਾਰ ਦੇ ਵਿੱਚ ਸਾਰੇ ਪਾਸੇ ਇਸੇ ਤਰ੍ਹਾਂ ਦਾ ਹੀ ਬੋਲਬਾਲਾ ਆ ਕਿ ਸਰਮਾਏਦਾਰ ਪ੍ਰਬੰਧ ਇਸ ਸਮੇਂ ਡੂੰਘੇ ਆਰਥਿਕ ਸੰਕਟ ਦੀ ਜਕੜ ਦੇ ਵਿੱਚ ਹੈ, ਜੋ ਨਿਤ ਦਿਨ ਡੂੰਘਾ ਹੋ ਰਿਹਾ। ਸਰਮਾਏਦਾਰ ਪੱਖੀ ਸਰਕਾਰਾਂ ਆਪਣੇ ਹਾਕਮਾਂ ਦੇ ਮੁਨਾਫੇ ਵਧਾਉਣ ਲਈ ਹਰ ਹੀਲਾ ਵਰਤ ਰਹੀਆਂ ਨੇ। ਇਸ ਕਾਰਜ ਨੂੰ ਨੇਪਰੇ ਚਾੜਨ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀਆਂ ਨੇ, ਜਿਵੇਂ ਕਿ ਜਨਤਕ ਸਹੂਲਤਾਂ ਉੱਤੇ ਕਾਟ, ਨਿੱਜੀਕਰਨ ਦੀ ਪ੍ਰਕਿਰਿਆ ਤੇਜ਼ ਕਰਕੇ ਜਨਤਕ ਜਾਇਦਾਦਾਂ ਜਿਹੜੀਆਂ ਨੇ ਕੌਡੀਆਂ ਦੇ ਭਾਅ ਵੇਚ ਦੇਣੀਆਂ, ਕਿਰਤ ਕਾਨੂੰਨਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸਰਮਾਏਦਾਰ ਪੱਖੀ ਸੋਧਾਂ ਕਰਨੀਆਂ ਆਦਿ। ਲੋਕਾਈ ਉੱਤੇ ਸੰਕਟ ਦਾ ਬੋਝ ਸੁੱਟਣ ਦਾ ਇਹ ਵਰਤਾਰਾ ਕੋਈ 1, 2 ਜਾਂ ਮੁੱਠੀ ਭਰ ਦੇਸ਼ਾਂ ਵਿੱਚ ਸੀਮਿਤ ਨਹੀਂ ਹੈ। ਆਰਥਿਕ ਸੰਕਟ ਵਾਂਗ ਇਹ ਵੀ ਆਲਮੀ ਪੱਧਰ ਦਾ ਵਰਤਾਰਾ ਬਣ ਚੁੱਕਿਆ ਹੈ। ਲੋਕਾਈ ਖਾਸ ਕਰਕੇ ਯੂਰਪ ਦੀ ਸਿਰ ਬੋਝ ਦੂਣ ਸਵਾਇਆ ਕਰਨ ਵਿੱਚ ਵੱਡੀ ਭੂਮਿਕਾ ਜਿਹੜੀ ਆ ਉਹ ਰੂਸ ਅਮਰੀਕਾ ਵਿਚਕਾਰ ਸਾਮਰਾਜੀ ਖਹਿ ਨੇ ਵੀ ਨਿਭਾਈ ਹੈ, ਜਿਸ ਦਾ ਅਖਾੜਾ ਯੂਕਰੇਨ ਹੈ। ਤੇ ਗੱਲ ਕਰ ਲਈਏ ਕਿ ਅੱਜ ਕੱਲ੍ਹ ਜਿਹੜਾ ਪੈਟਰੋਲ ਤੇ ਡੀਜ਼ਲ ਆ, ਊਰਜਾ ਦੇ ਹੋਰ ਸਰੋਤਾਂ ਜਿਵੇਂ ਬਿਜਲੀ ਹੈ, ਜ਼ਰੂਰੀ ਵਸਤੂਆਂ ਆ, ਇਹਨਾਂ ਦੀਆਂ ਕੀਮਤਾਂ ਵਿੱਚ ਇੱਕੋ ਦਮ ਵੱਡਾ ਵਾਧਾ ਹੋਇਆ, ਜਿਹਨੂੰ ਆਪਾਂ ਕਹਿੰਦੇ ਛੜੱਪਾ ਮਾਰਿਆ। ਵਾਧਾ ਇੰਨਾ ਕੁ ਹੋਇਆ ਹੈ ਜਿਸ ਦਾ ਲਾਜ਼ਮੀ ਸਿੱਟਾ ਲੁਕਾਈ ਦੀ ਹਾਲਤ ਜਿਹੜੀ ਹੈ ਉਹ ਨਿੱਘਰਨ ਦੇ ਵਿੱਚ ਨਿਕਲਿਆ। ਇਸ ਆਰਥਿਕ ਸੰਕਟ ਤੇ ਸਰਮਾਏਦਾਰ ਸਰਕਾਰਾਂ ਵੱਲੋਂ ਲੁਕਾਈ ਉੱਤੇ ਵਿੱਢੇ ਹਮਲੇ ਦਾ ਲੁਕਾਈ ਵੀ ਮੋੜਵਾ ਜਵਾਬ ਦੇਣ ਦੇ ਰਾਹ ਦੇ ਉੱਤੇ ਤੁਰੀ ਹੋਈ ਹੈ। ਅਮਰੀਕਾ ਦੇ ਦੇਸ਼ਾਂ ਅੰਦਰ ਵੀ ਕਿਰਤੀਆਂ ਨੇ ਲੰਮੇ ਸਮੇਂ ਦੀ ਚੁੱਪ ਮਗਰੋਂ ਸੰਘਰਸ਼ ਦੇ ਪਿੜ ਮਗਾਉਣੇ ਸ਼ੁਰੂ ਕਰ ਦਿੱਤੇ ਨੇ। ਸਾਡੇ ਮੁਲਕ ਵਿੱਚ ਨਾ ਜਦੋਂ ਅਸੀਂ ਧਰਨੇ, ਪ੍ਰਦਰਸ਼ਨ, ਵਿਦਰੋਹ, ਰੋਹ ਹਨਾ ਤੇ ਸੜਕਾਂ ਦੇ ਉੱਤੇ ਲੋਕਾਂ ਦੀ ਨਾਅਰੇਬਾਜ਼ੀ ਦੇਖਦੇ ਹਾਂ, ਸਾਨੂੰ ਐਂ ਲੱਗਦਾ ਵੀ ਸਰਕਾਰਾਂ ਦੇ ਖਿਲਾਫ ਹੀ ਕੌਣ ਲੋਕ ਆ, ਕਾਹਦੋਂ ਕਰੀ ਜਾਂਦੇ ਆ। ਪਰ ਬਹੁਤ ਸਾਰੀਆਂ ਜਿਹੜੀਆਂ ਘਾਟਾਂ ਹੁੰਦੀਆਂ, ਕਮੀਆਂ ਹੁੰਦੀਆਂ, ਉਹ ਸਰਕਾਰਾਂ ਦੀਆਂ ਭੈੜੀਆਂ ਨੀਤੀਆਂ ਦੀ ਵਜ੍ਹਾ ਕਰਕੇ ਹੁੰਦੀਆਂ, ਚਾਹੇ ਉਹ ਸਾਡਾ ਦੇਸ਼ ਹੋਵੇ, ਚਾਹੇ ਉਹ ਸੰਸਾਰ ਪੱਧਰ ਦੇ ਬਾਕੀ ਦੇਸ਼ ਹੋਣ। ਇਸ ਕਰਕੇ ਮਜਬੂਰਨ ਜਦੋਂ ਸਰਕਾਰਾਂ ਹੱਕ ਸੱਚ ਦੇ ਰਾਹ ਦੇ ਵਿੱਚ ਪੱਖ ਪੂਰਦੀਆਂ ਸਿਰਫ ਸਰਮਾਏਦਾਰਾਂ ਦਾ ਤੇ ਇਗਨੋਰ ਕਰ ਦਿੰਦੀਆਂ ਆਮ ਲੋਕਾਂ ਨੂੰ, ਜਿਨ੍ਹਾਂ ਨੂੰ ਲੋੜ ਹੈ
ਆਮ ਦੇਸ਼ ਵਾਸੀਆਂ ਨੂੰ ਜਦੋਂ ਇਗਨੋਰ ਕਰ ਦਿੰਦੀਆਂ ਤੇ ਸਿਰਫ ਜਿਹੜੇ ਅਮੀਰ ਲੋਕ ਉਹਨਾਂ ਦਾ ਪੱਖ ਹੀ ਪੂਰਦੀਆਂ, ਤੇ ਉਦੋਂ ਫਿਰ ਲੋਕਾਂ ਨੂੰ ਸੰਘਰਸ਼ ਦੇ ਰਾਹ ਵਿੱਢਣੇ ਪੈਂਦੇ ਆ, ਉਦੋਂ ਫਿਰ ਸੜਕਾਂ ਦੇ ਉੱਤੇ ਆਉਣਾ ਪੈਂਦਾ ਆ। ਈਰਾਨ ਦੇ ਲੋਕਾਂ ਦਾ ਧਰਮ ਆਧਾਰਿਤ ਰਾਜ ਵਿਰੋਧ ਘੋਲ, ਯੂਨਾਨ ਦੀ ਕਿਰਤੀ ਲੁਕਾਈ ਜਰਮਨ ਮਜ਼ਦੂਰਾਂ, ਬਰਤਾਨੀਆ ਤੇ ਸਪੇਨ ਦੇ ਲੋਕਾਂ ਵਿੱਚੋਂ ਹਾਲ ਹੀ ਵਿੱਚ ਕੀਤੇ ਰੋਸ ਵਿਖਾਵੇ, ਦੁਨੀਆ ਭਰ ਵਿੱਚ ਲੁਕਾਈ ਦੇ ਇਸ ਆਰਥਿਕ ਸੰਕਟ ਅਤੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਮੋੜਵੇਂ ਜਵਾਬ ਦੀਆਂ ਕੁਝ ਮਿਸਾਲਾਂ ਨੇ। ਵੱਧ ਰਹੇ ਆਰਥਿਕ ਸੰਕਟ ਅਤੇ ਲੋਕਾਂ ਦੀ ਬਦਹਾਲੀ ਨਾਲ ਲੋਕਾਂ ਦੇ ਸੰਘਰਸ਼ ਵੀ ਹੌਲੀ-ਹੌਲੀ ਕੁੱਲ ਦੁਨੀਆ ਵਿੱਚ ਫੈਲ ਰਹੇ ਨੇ ਤੇ ਸਰਮਾਏਦਾਰ ਪ੍ਰਬੰਧਾਂ ਦਾ ਲੋਕ ਦੋਖੀ ਖਾਸਾ ਜਿਹੜਾ ਆ ਉਹ ਨੰਗਾ ਕਰਦੇ ਪਏ ਨੇ। ਇਹਨਾਂ ਨੂੰ ਹੁਣ ਇਹਨਾਂ ਦੇ ਪਾਸ ਜਿਹੜੇ ਆ ਉਹ ਘੜਨੇ ਸ਼ੁਰੂ ਕਰ ਦਿੱਤੇ ਤੇ ਸਰਮਾਏਦਾਰੀ ਦਾ ਲੋਕ ਵਿਰੋਧੀ ਖਾਸਾ ਜ਼ਾਹਰ ਹੋਣ ਦੇ ਨਾਲ ਹੀ ਇਸ ਦੇ ਬਦਲ ਬਾਰੇ ਚਰਚਾ ਵੀ ਬੌਧਿਕ ਤਬਕਿਆਂ ਵਿੱਚ ਛਿੜੀ ਹੈ। ਗੱਲ ਕਰੀਏ ਤੇ ਅੱਜ ਮੁੱਖ ਧਾਰਾ ਵਿੱਚ ਸੁਝਾਏ ਇਹਨਾਂ ਬਦਲਾਂ ਵਿੱਚੋਂ ਬਹੁਤੇ ਅਸਲ ਵਿੱਚ ਇਸ ਪ੍ਰਬੰਧ ਦਾ ਬਦਲ ਨਹੀਂ ਹੁੰਦੇਗੇ, ਸਗੋਂ ਇਸ ਢਾਂਚੇ ਨੂੰ ਬਣਾਈ ਰੱਖਣ ਦੇ ਨਾਲ ਇਸ ਵਿੱਚ ਛੋਟੇ ਜਾਂ ਵੱਡੇ ਸੁਧਾਰਾਂ ਦੀ ਹੀ ਗੱਲ ਕਰਦੇ ਆ। ਇਹਨਾਂ ਵਿੱਚ ਇੱਕ ਬਦਲ ਅਜਿਹਾ ਆ ਜੋ ਪਿਛਲੇ ਲੰਮੇ ਸਮੇਂ ਤੋਂ ਪ੍ਰਚਾਰਿਆ ਜਾ ਰਿਹਾ ਆ। ਉਹ ਕੀ ਆ ਕਿ ਜਿਵੇਂ ਹੁਣ ਅਸੀਂ ਬਾਹਰਲੇ ਮੁਲਕ ਦੀ ਗੱਲ ਕਰ ਲਈਏ, ਸਕੈਂਡੀਨੇਵੀਆਈ ਦੇਸ਼ਾਂ ਜਿਨ੍ਹਾਂ ਵਿੱਚ ਆਉਂਦਾ ਨਾਰਵੇ ਆਉਂਦਾ ਆ, ਸਵੀਡਨ ਆਉਂਦਾ ਆ, ਡੈਨਮਾਰਕ ਆਉਂਦੇ ਆ, ਜਿਹੜੇ ਬਿਲਕੁਲ ਉਹ ਪੱਛਮ ਦੇ ਬਿਲਕੁਲ ਅਖੀਰਲੇ ਛੋਰ ਦੇ ਉੱਤੇ ਵਸੇ ਹੋਏ ਮੁਲਕ ਆ। ਉੱਥੋਂ ਦਾ ਮਾਡਲ ਜਿਹੜਾ ਆ ਉਹਦੀ ਗੱਲ ਕੀਤੀ ਜਾ ਰਹੀ ਆ। ਕਈ ਬੁੱਧੀਜੀਵੀ ਇਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਮਿਲਣ ਵਾਲੀਆਂ ਜਨਤਕ ਸਹੂਲਤਾਂ ਜਿਵੇਂ ਸਿੱਖਿਆ, ਸਿਹਤ, ਬੇਰੁਜ਼ਗਾਰੀ ਭੱਤੇ ਤੇ ਹੋਰ ਸਮਾਜਿਕ ਸੁਰੱਖਿਆ ਦੇ ਹਵਾਲੇ ਨਾਲ ਇਹਨਾਂ ਮੁਲਕਾਂ ਦੇ ਮਾਡਲ ਨੂੰ ਸਰਮਾਏਦਾਰੀ ਦੇ ਆਦਰਸ਼ ਦੇਸ਼ਾਂ ਵਾਂਗੂ ਪੇਸ਼ ਕਰਦੇ ਨੇ ਤੇ ਕਈ ਤਾਂ ਇਹਨਾਂ ਨੂੰ ਮੂਲੋਂ ਹੀ ਵੱਖਰੇ ਤਰ੍ਹਾਂ ਦੇ ਸਰਮਾਏਦਾਰ ਦੇਸ਼ ਮੰਨਦੇ ਨੇ। ਇਹਨਾਂ ਦੇਸ਼ਾਂ ਦੇ ਮਾਡਲਾਂ ਦੀ ਨਕਲ ਕਰਕੇ ਹੋਰ ਦੇਸ਼ ਵੀ ਸਰਮਾਏਦਾਰ ਸਮਾਜ ਵਿਚਲੀਆਂ ਸਮੱਸਿਆਵਾਂ ਤੋਂ ਨਿਜਾਤ ਪਾ ਸਕਦੇ ਨੇ। ਦੁਨੀਆ ਭਰ ਦੇ ਮਾਰਕਸਵਾਦੀ ਚਿੰਤਕਾਂ, ਮਾਰਕਸਵਾਦੀ ਸਿਆਸੀ ਆਰਥਿਕਤਾ ਦੇ ਮਾਹਰਾਂ ਨੇ ਵਾਰ-ਵਾਰ ਇਹ ਦੁਹਰਾਇਆ ਹੈ ਕਿ ਸਕੈਂਡੀਨੇਵੀਆਈ ਮੁਲਕਾਂ ਵਿੱਚ ਜਨਤਕ ਸਹੂਲਤਾਂ ਦੇ ਵਧੇਰੇ ਜਿਹੜੇ ਆ ਵਿਆਪਕ ਦਾਇਰੇ ਦੇ ਬਾਵਜੂਦ ਇਹ ਮੁਲਕ ਵੀ ਮੂਲ ਰੂਪ ਵਿੱਚ ਸਰਮਾਏਦਾਰਾਂ ਦੇ ਦੇਸ਼ ਹੀ ਨੇ। ਸਰਮਾਏਦਾਰਾਂ ਸਮਾਜ ਦੀਆਂ ਵਿਰੋਧਤਾਈਆਂ ਜਿਵੇਂ ਸੰਕਟ, ਵੱਧਦੀ ਆਰਥਿਕ ਨਾ ਬਰਾਬਰੀ, ਜਮਾਤੀ ਧਰੂਵੀਕਰਨ ਆਦਿ ਤੋਂ ਮੁਕਤ ਨਹੀਂ ਹੈ। ਇਹ ਚੀਜ਼ਾਂ ਮੁਲਕਾਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਇਹਨਾਂ ਚਿੰਤਕਾਂ ਦੀ ਗੱਲ ਦੇ ਉੱਤੇ ਮੋਹਰ ਲਾਈ ਹੈ ਕਿ ਇਹਨਾਂ ਮੁਲਕਾਂ ਦਾ ਮਾਡਲ ਕੋਈ ਸਰਮਾਏਦਾਰ ਪ੍ਰਬੰਧ ਵਿੱਚ ਛੋਟ ਨਹੀਂ ਹੈ ਤੇ ਨਾ ਹੀ ਸਰਮਾਏਦਾਰ ਪ੍ਰਬੰਧ ਦੀਆਂ ਵਿਰੋਧਤਾਈਆਂ ਤੋਂ ਇਹਨਾਂ ਮੁਲਕਾਂ ਦਾ ਮਾਡਲ ਕੋਈ ਨਿਜਾਤ ਦਿਵਾਉਣ ਵਾਲਾ ਫਾਰਮੂਲਾ ਆ। ਅੱਛਾ, ਹੁਣ ਇਹਨੂੰ ਮੈਂ ਬਿਲਕੁਲ ਤੁਹਾਨੂੰ ਆਸਾਨ ਭਾਸ਼ਾ ਵਿੱਚ ਵੀ ਦੱਸ ਦਿਆਂ ਕਿ ਅਸਲ 'ਚ ਕੀ ਹੈ ਕਿ ਜਿਹੜੇ ਇਹ ਮੁਲਕ ਹੈ, ਨਾਰਵੇ ਹੋ ਗਿਆ, ਸਵੀਡਨ ਹੋ ਗਿਆ, ਜਿਹਦੀ ਮੈਂ ਗੱਲ ਕਰ ਰਿਹਾ, ਸਕੈਂਡੀਨੇਵੀਆਈ ਮੁਲਕ ਆ, ਇਹਨਾਂ ਮੁਲਕਾਂ ਦਾ ਜੋ ਮਾਡਲ ਪੇਸ਼ ਕੀਤਾ ਜਾ ਰਿਹਾ ਕਿ ਉੱਥੋਂ ਦੇ ਲੋਕਾਂ ਨੂੰ ਪੂਰਨ ਸਹੂਲਤਾਂ ਹੈਗੀਆਂ, ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਨੌਕਰੀ ਹਰੇਕ ਨੂੰ ਮਿਲਦੀ ਪਈ ਆ, ਹਰੇਕ ਨੂੰ ਬਿਜਲੀ ਪਾਣੀ ਦੀ ਸਿਹਤ ਦੀ ਸਹੂਲਤ ਮਿਲਦੀ ਪਈ ਆ, ਸਾਰਾ ਕੁਛ ਹੈ। ਇੱਦਾਂ ਦੀਆਂ ਚਰਚਾਵਾਂ ਆ। ਇਸ ਕਰਕੇ ਜਿਹੜੇ ਮੁਲਕ ਅਮੀਰ ਹੋ ਰਹੇ ਆ, ਜਿਹੜੇ ਸੰਘਰਸ਼ ਕਰ ਰਹੇ ਮੁਲਕ, ਉਹਨਾਂ ਨੂੰ ਛੱਡ ਕੇ ਜਿਹੜੇ ਅਮੀਰੀ ਵਿੱਚ ਪੈਰ ਧਰੀ ਬੈਠੇ ਆ, ਜਿਨ੍ਹਾਂ ਦੇ ਬਾਰੇ ਆਮ ਤੌਰ 'ਤੇ ਗੱਲ ਕੀਤੀ ਜਾਂਦੀ ਹੈ ਕਿ ਹੁਣ ਇਹਨਾਂ ਮੁਲਕਾਂ ਦੇ ਜਿਹੜੇ ਮਾਡਲ ਆ, ਸਕੈਂਡੀਨੇਵੀਆਈ ਮੁਲਕ ਆ, ਉਹਨਾਂ ਦੇ ਮਾਡਲ ਦੇ ਆਧਾਰ 'ਤੇ ਬਾਕੀ ਮੁਲਕਾਂ ਵਿੱਚ ਵੀ ਇੱਦਾਂ ਦੀ ਤਰੱਕੀ ਦਿੱਤੀ ਜਾਣੀ ਚਾਹੀਦੀ ਹੈ, ਜਦੋਂ ਕਿ ਅਸਲੀਅਤ ਜਿਹੜੀ ਹੈ ਉਸ ਦੇ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਪੂਰੇ ਸੰਸਾਰ ਦੇ ਬਾਕੀ ਮੁਲਕਾਂ ਨਾਲ ਕੋਈ ਵੱਖਰੀ ਨਹੀਂ ਹੈਗੀ, ਕਿਉਂਕਿ ਇਹ ਸਿਰਫ ਮਾਡਲ ਹੀ ਹੈ। ਪੁਖਤਾ ਅਸਲੀਅਤ ਜਿਹੜੀ ਹੈ ਉਹ ਉੱਥੇ ਜਾ ਕੇ ਪਤਾ ਲੱਗਦੀ ਹੈ ਕਿ ਇਹ ਸਿਰਫ ਜਾਦੋਈ ਫਾਰਮੂਲਾ ਆ। ਮੁਲਕਾਂ ਦਾ ਮਾਡਲ ਜਿਹੜਾ ਆ ਜੋ ਮਰਜ਼ੀ ਚਰਚਾ ਦੇ ਵਿੱਚ ਆਵੇ, ਜੋ ਮਰਜ਼ੀ ਗੱਲ ਛੇੜੀ ਜਾਵੇ, ਤਾਂ ਇਹਨਾਂ ਮੁਲਕਾਂ ਦੇ ਮੌਜੂਦਾ ਹਾਲਾਤ ਬਾਰੇ ਕੁਝ ਗੱਲਬਾਤ ਜੇ ਕਰੀਏ ਤਾਂ ਯੂਰਪ ਤੇ ਦੁਨੀਆ ਦੇ ਹੋਰ ਦੇਸ਼ਾਂ ਵਾਂਗੂ ਸਕੈਂਡੀਨੇਵੀਆਈ ਮੁਲਕ ਵੀ ਆਰਥਿਕ ਸੰਕਟ ਤੋਂ ਅਛੂਤੇ ਨਹੀਂ ਰਹੇ। ਕਾਰਨ ਇਹ ਹੈ ਨਾ, ਹੁਣ ਆਪਾਂ ਜਿਵੇਂ ਗੱਲ ਕੀਤੀ ਆ ਕਿ ਸਹੂਲਤਾਂ ਹੈਗੀਆਂ, ਪਰ ਹੁਣ ਆਰਥਿਕ ਸੰਕਟ ਦੀ ਗੱਲ ਹੈ ਇੱਥੇ। ਡੈਨਮਾਰਕ, ਸਵੀਡਨ ਤੇ ਨਾਰਵੇ ਤਿੰਨੇ ਦੇਸ਼ ਇਸ ਸਮੇਂ ਡੂੰਘੇ ਆਰਥਿਕ ਸੰਕਟ ਦੇ ਵਿੱਚੋਂ ਲੰਘ ਰਹੇ ਆ। ਤਿੰਨਾਂ ਦੇਸ਼ਾਂ ਅੰਦਰ ਹੀ ਮੁਨਾਫੇ ਦੀ ਦਰ ਕਾਫੀ ਹੇਠਾਂ ਡਿੱਗ ਚੁੱਕੀ ਹੈ, ਜਿਸ ਦੇ ਸਿੱਟੇ ਵਜੋਂ ਸਰਮਾਏਦਾਰਾਂ ਵੱਲੋਂ ਨਿਵੇਸ਼ ਤੋਂ
ਹੱਥ ਜਿਹੜਾ ਆ ਉਹ ਲਗਾਤਾਰ ਪਿੱਛੇ ਖਿੱਚਿਆ ਜਾ ਰਿਹਾ। ਇਸ ਦੇ ਲਾਜ਼ਮੀ ਸਿੱਟੇ ਵਜੋਂ ਇਹਨਾਂ ਦੇਸ਼ਾਂ ਵਿੱਚ ਬੇਰੁਜ਼ਗਾਰੀ ਪਿਛਲੇ ਸਮੇਂ ਦੇ ਨਾਲੋਂ ਵਧੀ ਹੈ। ਕਿਰਤੀ ਲੋਕਾਂ ਦੇ ਜੀਵਨ ਪੱਧਰ ਤੇ ਮਹਿੰਗਾਈ ਦਾ ਅਸਰ ਪੈ ਰਿਹਾ ਆ, ਜਿਸ ਦਾ ਮੁੱਖ ਸਰੋਤ ਇਸ ਸਮੇਂ ਊਰਜਾ ਸਰੋਤਾਂ ਦੀ ਕੀਮਤ ਵਿੱਚ ਹੋਇਆ ਵਾਧਾ ਆ। ਜਿਹੜੇ ਤੱਥ ਵਧੇਰੇ ਸਰਮਾਏਦਾਰੀ ਇਸ ਅਖੌਤੀ ਬਦਲ ਦਾ ਅਸਲੀ ਚਿਹਰਾ ਨੰਗਾ ਕਰਦੇ ਆ। ਉਹ ਤੱਥ ਆ ਕਿ ਇਹਨਾਂ ਦੇਸ਼ਾਂ ਵਿੱਚ ਆਰਥਿਕ ਨਾ ਬਰਾਬਰੀ ਸੰਬੰਧੀ ਅੰਕੜੇ, ਡੈਨਮਾਰਕ ਜਿਸ ਨੂੰ ਕਈ ਸੂਚਕਾਂ ਦੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਖੁਸ਼ ਮੁਲਕ ਆਖਿਆ ਜਾਂਦਾ ਆ, ਵਿੱਚ ਨਾ ਬਰਾਬਰੀ 1980ਵਿਆਂ ਤੋਂ ਵਧਣੀ ਸ਼ੁਰੂ ਹੋ ਚੁੱਕੀ ਸੀ, ਜਿਸ ਵਿੱਚ ਤਿੱਖਾ ਵਾਧਾ 2008 ਦੀ ਮੰਦੀ ਤੋਂ ਬਾਅਦ ਦਰਜ ਹੋਇਆ। 1980 ਵਿੱਚ ਹੇਠਲੇ 50% ਲੋਕਾਂ ਕੋਲੇ ਕੁੱਲ ਆਮਦਨ ਦਾ 25% ਜਾਂਦਾ ਸੀ, ਜੋ ਹੁਣ ਘਟ ਕੇ 10% ਤੋਂ ਵੀ ਹੇਠਾਂ ਹੋ ਚੁੱਕਿਆ। ਆਮਦਨ ਤੋਂ ਵਧੇਰੇ ਨਾ ਬਰਾਬਰ ਵੰਡ ਕੁੱਲ ਦੌਲਤ ਵਿੱਚ ਦੇਖਣ ਨੂੰ ਮਿਲਦੀ ਹੈ। ਡੈਨਮਾਰਕ ਵਿੱਚ ਹੇਠਲੇ 50% ਲੋਕਾਂ ਦੇ ਕੋਲੇ ਕੁੱਲ ਦੌਲਤ ਦਾ 5% ਤੋਂ ਵੀ ਘੱਟ ਹਿੱਸਾ ਆ। ਉੱਪਰਲੇ 10% ਲੋਕ 50% ਦੌਲਤ ਉੱਤੇ, ਉੱਪਰਲੇ 1% ਲੋਕ 20% ਦੌਲਤ ਉੱਪਰ ਕਾਬਜ਼ ਆ। ਹੈਰਾਨੀ ਦੀ ਵੇਖੋ ਗੱਲ। ਇੰਝ ਹੀ ਸਵੀਡਨ ਤੇ ਨਾਰਵੇ ਅੰਦਰ ਵੀ ਆਮਦਨ ਦੇ ਕੁੱਲ ਦੌਲਤ ਵਿੱਚ ਨਾ ਬਰਾਬਰੀਆਂ ਵਧ ਰਹੀਆਂ ਨੇ। ਉਦਾਹਰਨ ਵਜੋਂ ਐਕਸ ਫੈਮ ਦੀ ਤਾਜ਼ਾ ਰਿਪੋਰਟ ਅਨੁਸਾਰ ਸਵੀਡਨ ਉਹਨਾਂ ਦੇਸ਼ਾਂ ਵਿੱਚੋਂ ਆ ਜਿਨ੍ਹਾਂ ਵਿੱਚ ਪਿਛਲੇ ਲੰਮੇ ਸਮੇਂ ਅੰਦਰ ਸਭ ਤੋਂ ਤੇਜ਼ੀ ਨਾਲ ਆਰਥਿਕ ਨਾ ਬਰਾਬਰੀ ਜਿਹੜੀ ਹੈ ਉਹਦੇ ਵਿੱਚ ਵਾਧਾ ਹੋਇਆ ਹੈ। ਹੁਣ ਸਾਫ਼ ਤੌਰ ਤੇ ਸਰਮਾਏਦਾਰੀ ਦੀਆਂ ਉਹਨਾਂ ਲਾਮਤਾਂ ਦਾ ਘਰ ਬਣ ਚੁੱਕਿਆ ਹੈ, ਜਿਨ੍ਹਾਂ ਦੇ ਬਦਲ ਵਜੋਂ ਸਕੈਂਡੀਨੇਵੀਆਈ ਦੇਸ਼ਾਂ ਦੇ ਮਾਡਲ ਨੂੰ ਉਭਾਰਿਆ ਜਾਂਦਾ ਸੀਗਾ। ਇਸ ਆਰਥਿਕ ਸੰਕਟ ਦੇ ਅਸਰ ਵਜੋਂ ਪੂਰੀ ਦੁਨੀਆ ਵਿੱਚ ਹੀ ਸਰਮਾਏਦਾਰਾਂ ਨੇ ਆਪਣੀ ਨੁਮਾਇੰਦਗੀ ਕਰਨ ਲਈ ਧੁਰ ਸੱਜੇ ਪੱਖੀ ਤੇ ਫਾਸ਼ੀਵਾਦ ਸਰਕਾਰਾਂ ਨੂੰ ਆਪਣੇ ਪਸੰਦੀਦਾ ਔਜ਼ਾਰ ਵਜੋਂ ਚੁਣਿਆ ਸੀ, ਕਿਉਂਕਿ ਇਹੀ ਉਹ ਸਰਕਾਰਾਂ ਨੇ ਜੋ ਲੋਕਾਂ ਅੰਦਰ ਧਰਮ, ਨਸਲ, ਜਾਤ ਆਦਿ ਦੇ ਵਿਤਕਰੇ ਨੂੰ ਉਭਾਰ ਕੇ ਉਹਨਾਂ ਨੂੰ ਅਸਲ ਮੁੱਦਿਆਂ ਦੀ ਸ਼ਨਾਖਤ ਕਰਨ ਤੋਂ ਲਾਂਭੇ ਕਰਕੇ ਭਰਾ ਮਾਰੂ ਜੰਗ ਵਿੱਚ ਝੋਂਕ ਸਕਦੀਆਂ ਨੇ। ਇਸ ਦੇ ਨਾਲ ਹੀ ਉਹਨਾਂ ਉੱਤੇ ਹਕੂਮਤੀ ਜ਼ਬਰ ਤੇਜ਼ ਕਰਕੇ ਸਰਮਾਏਦਾਰ ਪੱਖੀ ਨਵ ਉਦਾਰਵਾਦੀ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰ ਸਕਦੀਆਂ ਨੇ। ਪਿਛਲੇ ਲੰਮੇ ਅਰਸੇ ਵਿੱਚ ਮੁਨਾਫਿਆਂ ਦੇ ਲਗਾਤਾਰ ਸੁੰਗੜਨ ਸਦਕਾ ਇਹੋ ਜਿਹੀਆਂ ਸਰਕਾਰਾਂ ਦੁਨੀਆ ਭਰ ਦੇ ਸਰਮਾਏਦਾਰਾਂ ਦੀ ਲੋੜ ਬਣ ਰਹੀਆਂ ਨੇ। ਹਾਲ ਹੀ ਵਿੱਚ ਮੁਕੰਮਲ ਹੋਈਆਂ ਡੈਨਮਾਰਕ ਦੀਆਂ ਚੋਣਾਂ ਵਿੱਚ ਉੱਥੋਂ ਦੀ ਜਿਹੜੀ ਹਾਕਮ ਪਾਰਟੀ ਹੈ, ਸਮਾਜਿਕ ਜਮਹੂਰੀ ਪਾਰਟੀ, ਜੋ ਇਸ ਵਾਰ ਜੇਤੂ ਰਹੀ ਹੈ, ਵਿੱਚ ਵੀ ਸੱਜੇ ਪੱਖੀ ਸਿਆਸਤ ਵੱਲ ਮੋੜਾ ਦੇਖਣ ਨੂੰ ਮਿਲਿਆ ਆ। ਸਮਾਜਿਕ ਜਮਹੂਰੀ ਪਾਰਟੀ ਨੇ ਇਸ ਵਾਰ ਚੋਣ ਪ੍ਰਚਾਰ ਵਿੱਚ ਪ੍ਰਵਾਸੀ ਵਿਰੋਧੀ ਪਾਰਟੀਆਂ ਦੀਆਂ ਕਈ ਮੰਗਾਂ ਨੂੰ ਖੁੱਲ੍ਹ ਕੇ ਪ੍ਰਚਾਰਿਆ ਤੇ ਨਾਲ ਹੀ ਡੈਨਮਾਰਕ ਦੇ ਪ੍ਰਧਾਨ ਮੰਤਰੀ ਵੱਲੋਂ ਲਗਾਤਾਰ ਸੱਜੇ ਪੱਖੀਆਂ ਦੀ ਸੁਰ ਵਿੱਚ ਸੁਰ ਮਿਲਾਉਣ ਦਾ ਕੰਮ ਚੋਣਾਂ ਤੋਂ ਬਾਅਦ ਵੀ ਜਾਰੀ ਹੈ। ਇਹੀ ਨਹੀਂ, ਦੇਸ਼ ਦੇ ਬਹੁਤੇ ਆਰਥਿਕ ਵਿਸ਼ਲੇਸ਼ਕਾਂ ਦਾ ਕਹਿਣਾ ਆ ਕਿ ਫਰੈਡਰਿਕਸਨ ਦੀ ਸਰਕਾਰ ਜਲਦੀ ਹੀ ਅਜਿਹੀਆਂ ਨੀਤੀਆਂ ਲਿਆਉਣ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਲੋਕਾਂ ਦੀਆਂ ਜਨਤਕ ਸਹੂਲਤਾਂ ਹੋਰ ਵਧੇਰੇ ਕੱਟੀਆਂ ਜਾਣਗੀਆਂ। ਇਹ ਗੱਲ ਆ ਰਹੀ ਹੈ ਕਿ ਹੁਣ ਜਿਨ੍ਹਾਂ ਦੇਸ਼ਾਂ ਦਾ ਮਾਡਲ ਦਿਖਾਇਆ ਜਾ ਰਿਹਾ ਉਹਨਾਂ ਦੇਸ਼ਾਂ ਦੇ ਵਿੱਚ ਆਮ ਲੋਕਾਂ ਨੂੰ ਰਗੜਾ ਲਾਉਣ ਦੀਆਂ ਤਿਆਰੀਆਂ ਉੱਥੋਂ ਦੀਆਂ ਸਰਕਾਰਾਂ ਕਰਦੀਆਂ ਪਈਆਂ। ਤੇ ਜਿਹੜੇ ਅਮੀਰ ਹੈ, ਅਮੀਰਾਂ ਨੂੰ ਤਾਂ ਹਰੇਕ ਮੁਲਕ ਦੇ ਵਿੱਚ, ਸੰਸਾਰ ਦੇ ਵਿੱਚ ਉਹਨਾਂ ਦਾ ਪੱਖ ਪੂਰ ਰਹੀਆਂ ਸਰਕਾਰਾਂ ਹੈ, ਤੇ ਗਰੀਬ ਜਿਹੜੇ ਆ ਉਹਨਾਂ ਦੇ ਹਿੱਸੇ ਜਿੰਨਾ ਕੁਛ ਆਉਂਦਾ ਆ, ਜਿਵੇਂ ਸਾਡੇ ਮੁਲਕ ਦੇ ਵਿੱਚ, ਭਾਰਤ ਵਿੱਚ ਇਹ ਹੈ ਕਿ ਇੱਥੇ ਜਿੰਨਾ 60 ਤੋਂ 70% ਜਿਹੜਾ ਆ ਉਹ ਅਮੀਰ ਲੋਕਾਂ ਦੇ ਕੋਲੇ ਆ, ਤੇ ਬਾਕੀ ਜਿਹੜਾ 30% ਆ ਉਹ ਕਹਿ ਸਕਦੇ ਆ ਕਿ ਸਾਡੇ ਜਿਹੜੇ ਗਰੀਬ ਲੋਕਾਂ ਦੇ ਹਿੱਸੇ ਆਉਂਦਾ। ਦੇਖੋ, ਮੁੱਠੀ ਭਰ ਲੋਕਾਂ ਦੇ ਕੋਲੇ ਦੇਸ਼ ਦੀ 60 ਤੋਂ 70% ਦੀ ਦੌਲਤ ਆ, ਤੇ 60-70% ਦੀ ਦੌਲਤ ਤੇ ਜਿਹੜੇ ਬਾਕੀ ਲੋਕ ਰਹਿ ਗਏ ਆ ਤੇ ਉਹਨਾਂ ਦੇ ਪੱਲੇ ਕੀ ਹੈ? ਦੇਸ਼ ਦੀ ਜਿਹੜੀ ਇੰਨੀ ਕਰੋੜਾਂ ਦੀ ਆਬਾਦੀ ਹੈ ਉਹਨਾਂ ਦੇ ਪੱਲੇ ਕੀ ਹੈ? ਮੁੱਠੀ ਭਰ ਲੋਕਾਂ ਕੋਲ ਹੀ ਰਹਿ ਗਿਆ ਨਾ। ਤੇ ਇਸ ਕਰਕੇ ਜਦੋਂ ਮਾਡਲ ਵਿਖਾਉਂਦੀਆਂ ਨਾ ਲੋਕ ਕੁਛ ਦੂਸਰੀਆਂ ਮੁਲਕਾਂ ਦਾ ਜਾਂ ਸਰਕਾਰਾਂ ਵਿਖਾਉਂਦੀਆਂ, ਤਾਂ ਉਹ ਮਾਡਲ ਵਾਲੀਆਂ ਸਰਕਾਰਾਂ ਦਾ ਵੀ ਮੈਂ ਤੁਹਾਨੂੰ ਹਾਲ ਦੱਸਤਾ ਆ ਕਿ ਜੇ ਉੱਥੇ ਇਹ ਹਾਲ ਆ ਤੇ ਕੋਈ ਬਹੁਤੀ ਕਾਰਜਕਾਰੀ ਚੰਗੀ ਨਹੀਂ, ਕਿਉਂਕਿ ਉੱਥੋਂ ਦੀਆਂ ਸਰਕਾਰਾਂ ਵੀ ਆਮ ਲੋਕਾਂ ਨੂੰ ਜਿਹੜੀਆਂ ਦਬਾਉਣ ਦੇ ਉੱਤੇ ਤੁਲੀਆਂ ਹੋਈਆਂ ਆ। ਸੋ ਅਜਿਹੇ ਮਾਡਲ ਜਿਹੜੇ ਆ ਉਹ ਨਕਲੀ ਸਾਬਤ ਹੁੰਦੇ ਆ, ਜਿਹੜੀਆਂ ਲੋਕਾਂ ਦੀਆਂ ਆਰਥਿਕ ਸਮੱਸਿਆਵਾਂ ਨੂੰ ਨਹੀਂ ਸਮਝਦੇ, ਸਗੋਂ ਅਮੀਰਾਂ ਦੇ ਹੀ ਪੱਖ ਪੂਰਦੇ ਆ। ਚਾਹੀਦਾ ਤਾਂ ਇਹ ਆ ਕਿ ਇਹੋ ਜਿਹੇ ਮਾਡਲ ਨਾ ਵਿਖਾ ਕੇ ਸਗੋਂ ਅਮੀਰ ਲੋਕਾਂ ਦਾ ਖਹਿੜਾ ਛੱਡ ਕੇ ਜਿਹੜੇ ਗਰੀਬ ਆ ਉਹਨਾਂ ਦਾ ਪੱਖ ਜਿਹੜਾ ਆ ਪੂਰਿਆ ਜਾਵੇ, ਤਾਂ ਹੀ ਜਿਹੜਾ ਆ ਅਸਲੀ ਬਦਲ ਸਮਾਜਵਾਦ ਹੈ। ਬਾਕੀ ਸਭ
ਭਰਮ ਭੁਲੇਖੇ ਤੋਂ ਵੱਧ ਕੇ ਕੁਝ ਨਹੀਂ ਹੈ ਤੇ ਸਮਾਜ ਦੀ ਜਿਹੜੀ ਸਰਕਾਰ ਗੱਲ ਕਰੂਗੀ ਉਹੀ ਕਾਮਯਾਬ ਰਹੂਗੀ, ਨਹੀਂ ਤਾਂ ਇਹੋ ਜਿਹੇ ਮਾਡਲ ਤਾਂ ਸਿਰਫ ਫੇਲ ਮਾਡਲ ਹੀ ਸਾਬਤ ਹੁੰਦੇ ਨੇ। ਸੋ ਦੋਸਤੋ, ਇਹ ਸੀ 2 ਖਬਰਾਂ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ। ਕਿੱਦਾਂ ਲੱਗਦੇ ਨੇ ਸਾਡੇ ਪ੍ਰੋਗਰਾਮ, ਇਸ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ। ਇੱਥੇ ਕਰਦੇ ਹਾਂ ਸਮਾਪਤ। ਧੰਨਵਾਦ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਨੇ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ। ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨ ਆ, ਟਰੱਕ, SUV, ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜ੍ਹੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸੈਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।